ਗੁੱਡ ਆਫਟਰਨੂਨ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਵੇਸਿਸ ਆਫ ਕੋਲਡ ਵਾਰ, ਸ਼ੀਤ ਯੁੱਧ ਦੇ ਆਧਾਰ। ਤਾਂ ਸ਼ੀਤ ਯੁੱਧ ਦੇ ਮੁੱਖ ਤੌਰ 'ਤੇ ਦੋ ਆਧਾਰ ਨੇ ਜਿਨ੍ਹਾਂ ਦਾ ਵਰਣਨ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਹੈਗਾ ਵਿਚਾਰਾਤਮਕ ਆਧਾਰ। ਦੇਖੋ, ਸ਼ੀਤ ਯੁੱਧ ਦਾ ਜਿਹੜਾ ਪਹਿਲਾ ਆਧਾਰ ਹੈ ਉਹ ਤਾਂ ਇਹੀ ਹੈ ਕਿ ਇਹਨਾਂ ਜਿਹੜੇ ਦੋਨੇ ਇਹ ਗੁੱਟ ਨੇ, ਦੋਨੇ ਦੇਸ਼ ਨੇ, ਇਹਨਾਂ ਦੀਆਂ ਵਿਚਾਰਧਾਰਾਵਾਂ ਨੇ ਜਿਹੜੀਆਂ ਉਹ ਅਲੱਗ-ਅਲੱਗ ਨੇ। ਤਾਂ ਜਿਹੜਾ ਸੋਵੀਅਤ ਸੰਘ ਹੈ ਉਸ ਦੀ ਵਿਚਾਰਧਾਰਾ ਕੀ ਹੈ? ਸਾਮਵਾਦੀ ਵਿਚਾਰਧਾਰਾ। ਤਾਂ ਇਸ ਦੇ ਵਿੱਚ ਕੀ ਹੈ, ਜਿਹੜੀ ਸਾਮਵਾਦੀ ਵਿਚਾਰਧਾਰਾ ਹੈ ਇਸ ਦੇ ਵਿੱਚ ਇੱਕ ਹੀ ਦਲ ਹੈ ਅਤੇ ਉਤਪਾਦਨ ਅਤੇ ਵੰਡ ਦੇ ਜਿਹੜੇ ਸਾਧਨ ਨੇ ਉਹਨਾਂ ਦੇ ਉੱਤੇ ਜਾਂ ਤਾਂ ਸਮਾਜ ਜਾਂ ਰਾਜ ਦਾ ਨਿਯੰਤਰਣ ਹੈ। ਠੀਕ ਹੈ, ਇਸ ਵਿੱਚ ਇੱਕ ਵਿਅਕਤੀ ਦੀ ਬਜਾਏ ਸਮੁੱਚੇ ਸਮਾਜ ਨੂੰ ਜਿਹੜੀ ਪ੍ਰੈਫਰੈਂਸ ਹੈ ਉਹ ਦਿੱਤੀ ਜਾਂਦੀ ਹੈ। ਤਾਂ ਕੀ ਹੈ, ਇਹ ਤਾਂ ਹੋ ਗਈ ਸਾਮਵਾਦੀ ਵਿਚਾਰਧਾਰਾ ਕਿ ਇੱਕ ਹੀ ਦਲ ਹੈ, ਸਮੁੱਚਾ ਜਿਹੜਾ ਰਾਜ ਹੈ ਉਸ ਦੀ ਪ੍ਰਮੁੱਖਤਾ ਨੂੰ ਕਾਇਮ ਰੱਖਿਆ ਜਾਂਦਾ ਹੈ। ਤਾਂ ਜਿਹੜਾ ਦੂਸਰਾ ਹੈ ਸੰਯੁਕਤ ਰਾਜ ਅਮਰੀਕਾ, ਤਾਂ ਉਹਦੇ ਵਿੱਚ ਕੀ ਹੈ? ਪੂੰਜੀਵਾਦੀ ਵਿਚਾਰਧਾਰਾ ਹੈ। ਪੂੰਜੀਵਾਦੀ ਵਿਚਾਰਧਾਰਾ ਦੇ ਵਿੱਚ ਕੀ ਹੈ ਕਿ ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਦੇ ਉੱਤੇ ਕਿਸੇ ਇੱਕ ਨਿੱਜੀ ਦਾ ਮਤਲਬ ਕਿ ਜਿਹੜਾ ਮਾਲਕ ਹੈ ਉਸ ਦਾ ਆਧਾਰ ਹੈ। ਤਾਂ ਜਿਹੜਾ ਉਹ ਪੂੰਜੀਵਾਦ ਹੈ ਉਹ ਜਨਤਾ ਦਾ ਸ਼ੋਸ਼ਣ ਹੈ ਜਿਹੜਾ ਉਹ ਕਰਦਾ। ਤਾਂ ਇਸ ਤਰ੍ਹਾਂ ਇਸ ਜਿਹੜੀ ਪੂੰਜੀਵਾਦੀ ਵਿਚਾਰਧਾਰਾ ਹੈ ਇਸ ਦੇ ਵਿੱਚ ਕੀ ਹੈ? ਨਿੱਜੀਕਰਨ ਹੈ, ਭੂਮੰਡਲੀਕਰਨ ਹੈ, ਉਦਾਰਵਾਦੀ ਅਵਸਥਾ ਨੂੰ ਪਹਿਲ ਦਿੱਤੀ ਜਾਂਦੀ ਹੈ। ਤਾਂ ਇਸ ਤਰ੍ਹਾਂ ਜਿਹੜੇ ਪੂੰਜੀਵਾਦ ਰਾਜ ਨੇ ਉਹ ਕਿਸੇ ਵੀ ਕੀਮਤ 'ਤੇ ਜਿਹੜੇ ਦੂਸਰੇ ਭਾਵ ਜਿਵੇਂ ਸਮਾਜ ਸਾਮਵਾਦੀ ਵਿਚਾਰਧਾਰਾ ਦੀ ਗੱਲ ਕੀਤੀ ਗਈ ਹੈ ਕਿ ਸਾਮਵਾਦੀ ਵਿਚਾਰਧਾਰਾ ਨੂੰ ਪਛਾੜਨ ਦੇ ਵਿੱਚ ਲੱਗੇ ਰਹਿੰਦੇ ਨੇ। ਉਹਨਾਂ ਦਾ ਮੁੱਖ ਮਕਸਦ ਕੀ ਹੈ ਕਿ ਕਿਤੇ ਸਾਡੇ ਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਮਜ਼ਦੂਰ ਵਰਗ ਹੈ ਉਹ ਕ੍ਰਾਂਤੀ ਕਰਕੇ ਸਾਡੇ ਰਾਜਾਂ ਦੇ ਵਿੱਚ ਵੀ ਜਿਹੜੀ ਸਾਮਵਾਦੀ ਵਿਚਾਰਧਾਰਾ ਹੈ ਉਸ ਦਾ ਜਿਹੜਾ ਸਥਾਪਨਾ ਨਾ ਹੋ ਜਾਵੇ। ਤਾਂ ਇਸ ਕਾਰਨ ਇਹਨਾਂ ਪੂੰਜੀਵਾਦੀ ਦੇਸ਼ਾਂ ਨੂੰ ਸਾਮਵਾਦੀ ਵਿਚਾਰਧਾਰਾ ਤੋਂ ਕੀ ਹੈ? ਸਮੱਸਿਆ ਹੈ। ਤਾਂ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਮੁੱਖ ਆਪਸ ਦੇ ਵਿੱਚ ਫਰਕ ਹੈ ਉਹ ਇਹੀ ਹੈ ਕਿ ਇੱਕ ਹੈ ਜਿਹੜਾ ਉਹ ਸਾਮਵਾਦੀ ਵਿਚਾਰਧਾਰਾ ਦਾ ਸਮਰਥਕ ਹੈ ਜਿਸ ਦੇ ਵਿੱਚ ਸਮਾਜ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਅਤੇ ਦੂਸਰਾ ਕੀ ਹੈ? ਪੂੰਜੀਵਾਦੀ ਵਿਚਾਰਧਾਰਾ ਦਾ ਸਮਰਥਕ ਹੈ ਜਿਸ ਦੇ ਵਿੱਚ ਕੀ ਹੈ? ਉਦਾਰੀਕਰਨ, ਨਿੱਜੀਕਰਨ, ਭਾਵ ਕਿ ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਦੇ ਉੱਤੇ ਕਿਸੇ ਇੱਕ ਬੰਦੇ ਦਾ ਅਧਿਕਾਰ ਹੁੰਦਾ ਹੈ ਅਤੇ ਉਹ ਫਿਰ ਉਸ ਆਧਾਰ 'ਤੇ ਹੀ ਗਰੀਬਾਂ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਹੈ। ਤਾਂ ਇਸ ਸੰਬੰਧੀ ਇਸ ਲਈ ਜਿਹੜੇ ਪੂੰਜੀਵਾਦੀ ਦੇਸ਼ ਨੇ ਉਹ ਕਿਸੇ ਵੀ ਕੀਮਤ 'ਤੇ ਇਹ ਜਿਹੜੇ ਸਾਮਵਾਦੀ ਵਿਚਾਰਧਾਰਾ ਇਸ ਦੀ ਪ੍ਰਭਾਵ ਨੂੰ ਪਛਾੜਨ ਦੇ ਵਿੱਚ ਲੱਗੇ ਰਹਿੰਦੇ ਨੇ। ਅਮਰੀਕੀ ਜਿਹੜਾ ਰਾਸ਼ਟਰਪਤੀ ਸੀ ਆਈਜ਼ਨਹਾਵਰ ਦੇ ਸ਼ਬਦਾਂ ਦੇ ਵਿੱਚ ਕਿ ਅਸੀਂ ਇੱਕ ਦੁਸ਼ਮਣੀ ਵਾਲੀ ਵਿਚਾਰਧਾਰਾ ਦਾ ਸਾਹਮਣਾ ਕਰ ਰਹੇ ਹਾਂ ਜੇ ਵਿਸ਼ਵ ਵਿਆਪੀ ਹੈ, ਪ੍ਰਵਿਰਤੀ ਤੋਂ ਨਾਸਤਕ ਹੈ, ਉਦੇਸ਼ ਤੋਂ ਨਿਰਦਈ ਹੈ ਅਤੇ ਤਰੀਕਿਆਂ ਤੋਂ ਸਾਜ਼ਿਸ਼ਕਾਰੀ ਹੈ। ਇਸ ਤਰ੍ਹਾਂ ਦੀ ਵਿਵਸਥਾ ਕਿਸੇ ਵੀ ਪੱਧਰ 'ਤੇ ਆਪਸ ਵਿੱਚ ਵਿਰੋਧੀ ਵਿਚਾਰਧਾਰਾਵਾਂ ਦੇ ਵਿੱਚ ਤਾਲਮੇਲ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਤਾਂ ਉਹ ਕਹਿੰਦੇ ਕਿ ਸਾਡੀ ਵਿਚਾਰਧਾਰਾਵਾਂ ਦੇ ਵਿੱਚ ਬਹੁਤ ਫਰਕ ਹੈ। ਉਹ ਸੋਵੀਅਤ ਸੰਘ ਨੂੰ ਜਿਹੜੇ ਇੱਕ ਨਿਰਦਈ ਪੂਰਨ ਰਵੱਈਏ ਵਾਲਾ ਜਿਹੜਾ ਉਹ ਮੰਨਦੇ ਨੇ। ਅਤੇ ਨੈਕਸਟ ਹੈਗਾ ਇਹਨਾਂ ਦੇ ਵਿੱਚ ਆਪਸੀ ਅਵਿਸ਼ਵਾਸ। ਤਾਂ ਦੋਨਾਂ ਸ਼ਕਤੀਆਂ ਦੇ ਵਿੱਚ ਆਪਸੀ ਅਵਿਸ਼ਵਾਸ ਹੈ। ਦੋਨੇ ਜਿਹੜੇ ਰਾਜ ਨੇ, ਦੋਨੇ ਜਿਹੜੇ ਦੇਸ਼ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਛਾੜਨ ਦੇ ਵਿੱਚ ਲੱਗੇ ਰਹਿੰਦੇ ਨੇ ਅਤੇ ਇਸ ਦੇ ਕਾਰਨ ਉਹ ਇੱਕ ਦੂਜੇ ਦੇ ਵਿਰੁੱਧ ਜਿਹੜੀਆਂ ਗੁਪਤ ਕਾਰਵਾਈਆਂ ਨੇ ਉਹ ਕਰਦੇ ਰਹਿੰਦੇ ਨੇ। ਤਾਂ ਸੋਵੀਅਤ ਸੰਘ ਦੇ ਅਮਰੀਕਾ ਦੇ ਪ੍ਰਤੀ ਅਵਿਸ਼ਵਾਸ ਦੇ ਕਾਰਨ ਕਿ ਜਿਹੜਾ ਅਮਰੀਕਾ ਹੈ ਉਹ ਸੋਵੀਅਤ ਸੰਘ ਦੇ ਜਿਹੜੇ ਅੰਦਰੂਨੀ ਮਾਮਲੇ ਨੇ ਉਹਨਾਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ। ਸੋਵੀਅਤ ਸੰਘ ਨੂੰ ਇੱਕ ਸਾਮਵਾਦੀ ਦੇਸ਼ ਹੋਣ ਦੇ ਕਾਰਨ 1933 ਤੱਕ ਉਹਨਾਂ ਨੇ ਕੋਈ ਮਾਨਤਾ ਨਹੀਂ ਦਿੱਤੀ। ਅਮਰੀਕਾ ਵੱਲੋਂ ਸੋਵੀਅਤ ਸੰਘ ਨੂੰ ਜਾਣ ਬੁੱਝ ਕੇ ਜਿਹੜੀਆਂ ਯੋਜਨਾਵਾਂ ਉਹਨਾਂ ਦੁਆਰਾ ਬਣਾਈਆਂ ਜਾਂਦੀਆਂ ਨੇਗੀਆਂ ਉਹ ਉਹਨਾਂ ਤੋਂ ਅਣਜਾਣ ਰੱਖਿਆ ਜਾਂਦਾ ਹੈ। ਅਮਰੀਕਾ ਵੱਲੋਂ ਸੋਵੀਅਤ ਸੰਘ ਨੂੰ ਦਿੱਤੀ ਜਾਣ ਵਾਲੀ ਲੈਂਡ ਲੀਜ਼ ਸਹਾਇਤਾ ਜਿਹੜੀ ਦਿੱਤੀ ਜਾਂਦੀ ਸੀ ਉਹ ਬੰਦ ਕਰ ਦਿੱਤੀ ਗਈ। ਅਜਿਹੀਆਂ ਕਾਰਵਾਈਆਂ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਦਾ ਕੀ ਹੈ? ਹਿਟਲਰ ਨੂੰ ਉਹ ਉਤਸ਼ਾਹਿਤ ਕਰਦੇ ਨੇ ਕਿ ਸੋਵੀਅਤ ਸੰਘ ਦੇ ਉੱਤੇ ਹਮਲਾ ਕੀਤਾ ਜਾਵੇ। ਅਤੇ ਜਾਪਾਨ ਦੇ ਵਿਰੁੱਧ ਪਰਮਾਣੂ ਬੰਬ ਦੀ ਜਾਣਕਾਰੀ ਤੋਂ ਸੋਵੀਅਤ ਸੰਘ ਨੂੰ ਅਣਜਾਣ ਕੀਤਾ ਗਿਆ। ਤਾਂ ਅਮਰੀਕਾ ਦਾ ਸੋਵੀਅਤ ਸੰਘ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣਾ, ਜਿਹੜਾ ਅਮਰੀਕਾ ਹੈ ਉਹ ਕਿਸ ਤਰ੍ਹਾਂ ਉਸ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਦਾ ਹੈ?
ਜਿਹੜਾ ਸੋਵੀਅਤ ਸੰਘ ਹੈ ਉਹ ਅਮਰੀਕਾ ਦੇ ਵਿਰੁੱਧ ਪ੍ਰਚਾਰ ਕਰਦਾ ਹੈ। ਨਾਜ਼ੀ ਅਧਿਕਾਰਾਂ ਤੋਂ ਮੁਕਤ ਹੋਏ ਖੇਤਰਾਂ ਵਿੱਚ ਸੋਵੀਅਤ ਸੰਘ ਦਾ ਲੋਕਤੰਤਰੀ ਸਰਕਾਰਾਂ ਦੇ ਗਠਨ ਦੇ ਵਿੱਚ ਯੋਗਦਾਨ ਦੇਣਾ। ਸੋਵੀਅਤ ਸੰਘ ਦਾ ਚੀਨ ਵਿੱਚ ਮਾਓ ਦੀ ਅਗਵਾਈ ਨਾਲ ਸਾਮਵਾਦੀ ਗੁੱਟ ਦੀ ਸਹਾਇਤਾ ਕਰਨਾ ਅਤੇ ਸੋਵੀਅਤ ਸੰਘ ਦਾ ਅਮਰੀਕਾ ਦੇ ਵਿਰੁੱਧ ਜਿਹੜੀਆਂ ਸੈਨਿਕ ਕਾਰਵਾਈਆਂ ਨੇ ਉਹ ਕਰਨਾ। ਤਾਂ ਇਸ ਤਰ੍ਹਾਂ ਇਹ ਕੀ ਹੈ, ਦੋਨੋਂ ਜਿਹੜੇ ਦੇਸ਼ ਨੇ ਇੱਕ ਦੂਜੇ ਦੇ ਵਿਰੁੱਧ ਇੱਕ ਦੂਜੇ ਨੂੰ ਅਵਿਸ਼ਵਾਸ, ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਨੇ। ਤਾਂ ਅੱਗੇ ਹੈਗਾ ਮੀਨਸ ਆਫ ਕੋਲਡ ਵਾਰ, ਕਿ ਜਿਹੜਾ ਸ਼ੀਤ ਯੁੱਧ ਇਸ ਦੇ ਸਾਧਨ ਕੀ ਨੇ। ਸਭ ਤੋਂ ਪਹਿਲਾਂ ਤਾਂ ਹੈਗਾ ਪ੍ਰਚਾਰ। ਤਾਂ ਸ਼ੀਤ ਯੁੱਧ ਦਾ ਪਹਿਲਾ ਅਤੇ ਪ੍ਰਮੁੱਖ ਸਾਧਨ ਹੈ ਪ੍ਰਚਾਰ ਕਰਨਾ, ਭਾਵ ਕਿ ਇੱਕ ਦੂਜੇ ਦੇ ਵਿਰੁੱਧ ਇੱਕ ਦੇਸ਼ ਹੈ ਜਿਹੜਾ ਉਹ ਦੂਜੇ ਦੇਸ਼ ਦੇ ਵਿਰੁੱਧ ਪ੍ਰਚਾਰ ਰਾਹੀਂ ਨਫ਼ਰਤ ਦੀ ਭਾਵਨਾ ਹੈ ਜਿਹੜੀ ਉਹ ਪੈਦਾ ਕਰਦਾ ਹੈ। ਤਾਂ ਕੀ ਹੈ, ਇੱਕ ਦੇਸ਼ ਜਿਹੜਾ ਹੈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਜਨਤਾ ਨੂੰ ਉਸ ਦੂਜੇ ਦੇਸ਼ ਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਬਾਰੇ ਦੱਸਣਾ, ਉਹਨਾਂ ਦੇ ਵਿਰੁੱਧ ਦੁਸ਼ਮਣੀ ਦੀ ਭਾਵਨਾ ਪੈਦਾ ਕਰਨਾ। ਤਾਂ ਇਸ ਦੇ ਲਈ ਹੀ ਅਲੱਗ-ਅਲੱਗ ਤਰ੍ਹਾਂ ਦੇ ਸਾਧਨਾਂ ਦੀ ਵਰਤੋਂ ਕਰਦੇ ਨੇ, ਜਿਵੇਂ ਕਿ ਰੇਡੀਓ, ਟੈਲੀਵਿਜ਼ਨ, ਅਖਬਾਰਾਂ, ਪੱਤਰਕਾਵਾਂ ਆਦਿ, ਭਾਵ ਕਿ ਉਹ ਇੱਕ ਦੂਜੇ ਨੂੰ ਦੁਸ਼ਮਣ ਦੀ ਨਿਗਾਹ ਦੇ ਨਾਲ ਦੇਖਦੇ ਨੇ। ਤਾਂ ਨੈਕਸਟ ਹੈਗਾ ਕੂਟਨੀਤੀ, ਡਿਪਲੋਮੇਸੀ, ਕਿ ਸ਼ੀਤ ਯੁੱਧ ਦਾ ਜਿਹੜਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਸਾਧਨ ਕੀ ਹੈ, ਉਹ ਕੂਟਨੀਤੀ ਹੈ। ਕਿ ਦੋਨੇ ਜਿਹੜੇ ਦੇਸ਼ ਨੇ, ਦੋਨੇ ਰਾਸ਼ਟਰ ਨੇ, ਇੱਕ ਦੂਜੇ ਦੇ ਪ੍ਰਤੀ ਕੂਟਨੀਤਿਕ ਚਾਲਾਂ ਨੇ ਜਿਹੜੀਆਂ ਉਹ ਚੱਲਦੇ ਰਹਿੰਦੇ ਨੇ। ਅਤੇ ਇਸ ਦੇ ਕਾਰਨ ਉਹ ਇੱਕ ਦੂਜੇ ਰਾਜ ਦੇ ਪ੍ਰਤੀ ਝੂਠ ਬੋਲਣਾ, ਇੱਕ ਦੂਜੇ ਰਾਜ ਨੂੰ ਧੋਖਾ ਦੇਣਾ, ਤਾਂ ਇਹ ਕੀ ਹੈ, ਉਹਨਾਂ ਦੇ ਸਾਧਨਾਂ ਦੇ ਵਿੱਚ ਸ਼ਾਮਲ ਹੈ। ਸ਼ੀਤ ਯੁੱਧ ਦੇ ਦੌਰਾਨ ਦੋਹਾਂ ਧਿਰਾਂ ਵੱਲੋਂ ਵਿਭਿੰਨ ਅੰਤਰਰਾਸ਼ਟਰੀ ਸੰਮੇਲਨਾਂ, ਸੰਗਠਨਾਂ, ਖੇਤਰੀ ਪ੍ਰਬੰਧਾਂ ਅਤੇ ਸਮੂਹਿਕ ਸੁਰੱਖਿਆ ਯਤਨਾਂ ਦਾ ਮਹੱਤਵ ਵੱਧ ਜਾਣ ਦੇ ਕਾਰਨ ਕੂਟਨੀਤੀ ਇਸਤੇਮਾਲ ਆਪਣੇ ਸਹੀ ਅਤੇ ਗਲਤ ਕੰਮਾਂ ਨੂੰ ਅੰਤਰਰਾਸ਼ਟਰੀ ਬਰਾਦਰੀ ਦੇ ਸਾਹਮਣੇ ਇਸ ਤਰ੍ਹਾਂ ਕਰਨ ਦਾ ਫੈਸਲਾ ਕੀਤਾ ਸੀ ਕਿ ਇਸ ਤਰ੍ਹਾਂ ਲੱਗੇ ਕਿ ਉਹ ਰਾਸ਼ਟਰ ਹੀ ਸੱਚਾ ਹੈ। ਇਸ ਦੇ ਲਈ ਸੰਬੰਧਿਤ ਰਾਸ਼ਟਰ ਵੱਲੋਂ ਵਿਦੇਸ਼ੀ ਦਫ਼ਤਰਾਂ, ਦੂਤ ਘਰਾਂ, ਰਾਜਦੂਤਾਂ ਅਤੇ ਰਾਜਨੇਤਾਵਾਂ ਅਤੇ ਵਿਸ਼ਵ ਵਿਆਪੀ ਵਿਸ਼ੇਸ਼ ਮਿਸ਼ਨ ਦਾ ਇਸਤੇਮਾਲ ਹੈ ਜਿਹੜਾ ਉਹ ਕੂਟਨੀਤਿਕ ਚਾਲਾਂ ਦੇ ਲਈ ਕੀਤਾ ਗਿਆ। ਨੈਕਸਟ ਹੈਗਾ ਜਾਸੂਸੀ। ਜਾਸੂਸੀ ਦੇ ਵਿੱਚ ਕੀ ਹੈ ਕਿ ਗੁਪਤ ਤਰੀਕੇ ਦੇ ਨਾਲ ਇੱਕ ਦੂਜੇ ਦੀਆਂ ਸੈਨਿਕ ਅਤੇ ਆਰਥਿਕ ਚਾਲਾਂ ਦਾ ਪਤਾ ਕਰਨਾ। ਤਾਂ ਇਸ ਤਰ੍ਹਾਂ ਇਹ ਕੀ ਹੈ, ਦੋਨੇ ਰਾਸ਼ਟਰ ਨੇ ਦੇ ਜਿਹੜੇ ਉਹ ਇੱਕ ਦੂਜੇ ਦੇ ਪ੍ਰਤੀ ਸੈਨਿਕ ਸ਼ਕਤੀ ਨੂੰ ਮਤਲਬ ਕਿ ਸ਼ਕਤੀਸ਼ਾਲੀ ਬਣਾਉਣ ਦੇ ਲਈ ਰੁੱਝੇ ਰਹਿੰਦੇ ਸੀ। ਤਾਂ ਉਸ ਦੂਸਰੇ ਰਾਜ ਦੀਆਂ ਚਾਲਾਂ ਬਾਰੇ ਕਿਤੋਂ ਪਤਾ ਕਰਦੇ ਰਹਿੰਦੇ ਸੀ ਅਤੇ ਉਸ ਦੇ ਹਿਸਾਬ ਨਾਲ ਫਿਰ ਆਪਣੀ ਜਿਹੜੀ ਸ਼ਕਤੀ ਹੈ ਉਸ ਨੂੰ ਵਧਾਉਣ ਦੇ ਵਿੱਚ ਲੱਗੇ ਰਹਿੰਦੇ ਸੀ। ਨੈਕਸਟ ਹੈਗਾ ਆਰਥਿਕ ਸਹਾਇਤਾ। ਆਰਥਿਕ ਸਹਾਇਤਾ ਦੇ ਵਿੱਚ ਕੀ ਹੈ ਕਿ ਇਹ ਰਾਜ ਨੇ ਜਿਹੜੇ ਉਹ ਸ਼ਕਤੀਸ਼ਾਲੀ ਰਾਸ਼ਟਰ ਨੇ ਜਿਹੜੇ ਉਹ ਮੰਨੇ ਗਏ ਸੀ। ਤਾਂ ਕਰਕੇ ਕਹਿੰਦੇ ਜਿਹੜੇ ਇਹ ਰਾਜ ਨੇ, ਦੋਨੇ ਦੇਸ਼ ਨੇ, ਇਹ ਛੋਟੇ ਰਾਜਾਂ ਨੂੰ ਆਪਣਾ ਮਤਲਬ ਕਿ ਪਿਛਲੱਗੂ ਬਣਾ ਕੇ ਰੱਖਦੇ ਸੀਗੇ। ਤਾਂ ਉਸ ਦੇ ਵਿੱਚ ਕੀ ਕਰਦੇ ਸੀ ਕਿ ਛੋਟੇ ਰਾਜਾਂ ਨੂੰ ਆਰਥਿਕ ਸਹਾਇਤਾ ਦੇ ਦਿੰਦੇ ਸੀ ਕਰਜ਼ੇ ਦੇ ਰੂਪ ਦੇ ਵਿੱਚ, ਤਾਂ ਕਿ ਉਹ ਛੋਟੇ ਰਾਸ਼ਟਰ ਨੇ ਜਿਹੜੇ ਉਹ ਇਹਨਾਂ ਦੇ ਪਿੱਛੇ ਲੱਗੇ ਰਹਿਣ ਅਤੇ ਇਹਨਾਂ ਦੀ ਸਹਾਇਤਾ ਕਰਦੇ ਰਹਿਣ। ਤਾਂ ਉਹ ਜਿਹੜੇ ਛੋਟੇ ਰਾਜ ਸੀ ਇਸ ਦੇ ਬਦਲੇ ਉਹਨਾਂ ਨੂੰ ਜਿਹੜੀ ਸੈਨਿਕ ਸ਼ਕਤੀ ਹੈ ਉਹ ਕਾਫੀ ਪ੍ਰਦਾਨ ਕਰਦੇ ਸੀ। ਨੈਕਸਟ ਹੈਗਾ ਸ਼ਕਤੀ ਦਾ ਪ੍ਰਦਰਸ਼ਨ। ਤਾਂ ਸ਼ਕਤੀ ਦੇ ਪ੍ਰਦਰਸ਼ਨ ਦੇ ਵਿੱਚ ਕੀ ਹੈ ਕਿ ਦੋਨੇ ਜਿਹੜੇ ਰਾਸ਼ਟਰ ਨੇ ਉਹ ਇੱਕ ਦੂਜੇ ਦੇ ਪ੍ਰਤੀ ਆਪਣੀ ਸ਼ਕਤੀ ਨੂੰ ਵਧਾਉਣ ਦੇ ਲਈ ਲੱਗੇ ਰਹਿੰਦੇ ਸੀ, ਜਿਸ ਦੇ ਕਾਰਨ ਉਹ ਆਪਣੀ ਸੈਨਿਕ ਸ਼ਕਤੀ ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿੰਦੇ ਸੀ। ਸੋਵੀਅਤ ਸੰਘ ਅਤੇ ਅਮਰੀਕਾ ਨੇ ਸਮੇਂ-ਸਮੇਂ 'ਤੇ ਆਪਣੇ ਪਰਮਾਣੂ ਬੰਬ ਅਤੇ ਜੈਵਿਕ ਹਥਿਆਰਾਂ ਦੀ ਜਿਹੜੀ ਮਾਰੂ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਇੱਕ ਦੂਜੇ ਨੂੰ ਇਹ ਦਿਖਾਇਆ ਸੀ ਕਿ ਮੈਂ ਹਾਂ ਜਿਹੜਾ ਉਸ ਤੋਂ ਵੱਧ ਸ਼ਕਤੀਸ਼ਾਲੀ ਹਾਂ। ਤਾਂ ਇਸ ਕਾਰਨ ਇਹ ਦੋਨੇ ਜਿਹੜੇ ਰਾਸ਼ਟਰ ਨੇ, ਦੇਸ਼ ਨੇ, ਆਪਣੀ ਸ਼ਕਤੀ ਵਧਾਉਣ ਦੇ ਵਿੱਚ ਲੱਗੇ ਰਹਿੰਦੇ ਸੀਗੇ। ਇਹ ਸੀਗੇ ਸ਼ੀਤ ਯੁੱਧ ਦੇ ਆਧਾਰ ਅਤੇ ਕਾਰਨ। ਥੈਂਕ ਯੂ।